ਹੈਲੋ ਸਟੂਡੈਂਟਸ। ਅੱਜ ਇੱਕ ਕੁਐਸਚਨ ਹੈ ਜਿਹੜਾ ਕਿਸੇ ਮੈਨੂੰ ਪਾਠਕ ਨੇ ਪੁੱਛਿਆ ਸੀ ਚੰਦੋਆ ਕਹਾਣੀ ਦੇ ਬਾਰੇ ਕਿ ਕਹਾਣੀ ਦਾ ਅੰਤ ਕਿਵੇਂ ਹੁੰਦਾ ਆ। ਉਹਦੇ ਬਾਰੇ ਜਿਹੜਾ ਆ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਹਿੰਟ ਦਵਾਂਗੀ ਕਿ ਅਸਲ ਮਾਇਨੇ ਦੇ ਵਿੱਚ ਜਿਹੜੀ ਚੰਦੋਆ ਕਹਾਣੀ ਆ ਉਹਦੇ ਅੰਤ ਦੇ ਵਿੱਚ ਕੀ ਹੁੰਦਾ ਆ, ਕੀ ਵਾਪਰਦਾ ਆ, ਜਾਂ ਉਹਦੇ ਵਿੱਚ ਕਹਾਣੀਕਾਰ ਨੇ ਚੰਦੋਆ ਕਹਾਣੀ ਦੇ ਵਿੱਚ ਤੁਹਾਨੂੰ ਕੀ ਦੱਸਣ ਦੀ ਕੋਸ਼ਿਸ਼ ਕੀਤੀ ਆ। ਸੋ ਥੋੜਾ ਜਿਹਾ ਹਿੰਟ ਆ ਜਿੱਤੋਂ ਤੁਸੀਂ ਗਾਈਡੈਂਸ ਲੈ ਸਕਦੇ ਹੋ ਕਿ ਇਸ ਕਹਾਣੀ ਦੇ ਵਿੱਚ ਜੇ ਤੁਹਾਨੂੰ ਕੁਐਸਚਨ ਆਵੇ ਕਿ ਚੰਦੋਆ ਕਹਾਣੀ ਦੇ ਵਿੱਚ ਲੇਖਕ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਇਸ ਕਹਾਣੀ ਦਾ ਉਦੇਸ਼ ਤੁਹਾਨੂੰ ਕੀ ਦੱਸਣਾ ਹੈ, ਕਹਾਣੀ ਦਾ ਅੰਤ ਕਿਵੇਂ ਹੁੰਦਾ ਹੈ, ਜਾਂ ਚੰਦੋਆ ਕਹਾਣੀ ਤੁਹਾਨੂੰ ਕੀ ਉਦੇਸ਼ ਦਿੰਦੀ ਹੈ, ਉਹਦੇ ਤੇ ਆਧਾਰਿਤ ਜਿਹੜਾ ਹੈ ਇਹ ਕੁਐਸਚਨ ਪੇਪਰਾਂ ਦੇ ਵਿੱਚ ਬਣ ਸਕਦਾ ਹੈ। ਸੋ ਦੇਖੋ, ਚੰਦੋਆ ਕਹਾਣੀ ਵਾਹਿਗੁਰੂ ਪ੍ਰਤੀ ਸੱਚੀ ਸ਼ਰਧਾ, ਵਿਸ਼ਵਾਸ ਤੇ ਪਿਆਰ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਇਹ ਤਿੰਨ ਚੀਜ਼ਾਂ ਆ ਜਿਹੜਾ ਕਿ ਸਾਨੂੰ ਚੰਦੋਆ ਕਹਾਣੀ ਦੇ ਵਿੱਚ ਮੈਸੇਜ ਦਿੱਤਾ ਗਿਆ। ਪਹਿਲਾ ਕੀ ਹੈ? ਵਾਹਿਗੁਰੂ ਪ੍ਰਤੀ ਸੱਚੀ ਸ਼ਰਧਾ, ਦੂਸਰਾ ਹੈ ਵਿਸ਼ਵਾਸ, ਤੇ ਤੀਸਰਾ ਹੈ ਪਿਆਰ। ਕਿ ਤਿੰਨੋਂ ਚੀਜ਼ਾਂ ਸਾਡੀਆਂ ਜਿਹੜੀਆਂ ਨਾ ਵਾਹਿਗੁਰੂ ਦੇ ਵਿੱਚ ਅਟੁੱਟ ਹੋਣੀਆਂ ਚਾਹੀਦੀਆਂ। ਸਾਡੇ ਸ਼ਰਧਾ ਭਗਤੀ ਜਿਹੜੀ ਆ ਉਹਦੇ ਵਿੱਚ ਹੋਣੀ ਚਾਹੀਦੀ ਆ, ਸਾਡਾ ਵਿਸ਼ਵਾਸ ਅਟੁੱਟ ਵਿਸ਼ਵਾਸ ਹੋਵੇ, ਤੇ ਸਾਡੀ ਵਾਹਿਗੁਰੂ ਦੇ ਪ੍ਰਤੀ ਪਿਆਰ ਦੀ ਭਾਵਨਾ ਹੋਵੇ। ਕਿਉਂਕਿ ਵਾਹਿਗੁਰੂ ਮਨੁੱਖ ਤੋਂ ਸਿਰਫ ਸ਼ਰਧਾ ਹੀ ਚਾਹੁੰਦਾ ਆ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਕਿ ਅਸੀਂ ਜਿਹੜੀਆਂ ਮੰਨਤਾਂ ਮੰਗਦੇ ਆ, ਚੜਾਵਾ ਚੜਾਉਂਦੀਆਂ, ਸੋ ਵਾਹਿਗੁਰੂ ਇਹਨਾਂ ਚੀਜ਼ਾਂ ਦਾ ਭੁੱਖਾ ਨਹੀਂ ਹੈ। ਵਾਹਿਗੁਰੂ ਸਿਰਫ ਔਰ ਸਿਰਫ ਜਿਹੜੇ ਹੈਗੇ ਆ ਸ਼ਰਧਾਲੂ, ਉਹਨਾਂ ਦੀ ਸ਼ਰਧਾ ਭਾਵਨਾ ਦਾ ਹੀ ਭੁੱਖਾ ਆ। ਉਹ ਸਿਰਫ ਸਾਡੇ ਕੋਲੋਂ ਸ਼ਰਧਾ ਹੀ ਮੰਗਦਾ ਆ, ਉਹ ਚੰਦੋਏ ਦਾ ਭੁੱਖਾ ਨਹੀਂ ਆ। ਇਸ ਕਹਾਣੀ ਦਾ ਅੰਤ ਵੀ ਇਹੀ ਦਰਸਾਉਂਦਾ ਆ ਕਿ ਜੇਕਰ ਕੋਈ ਆਰਥਿਕ ਮਜਬੂਰੀ ਕਾਰਨ, ਆਰਥਿਕ ਮਜਬੂਰੀ ਕੀ ਹੁੰਦੀ ਆ? ਪੈਸੇ ਵੱਲੋਂ ਤੰਗੀ। ਕਿ ਜੇਕਰ ਕੋਈ ਬੰਦਾ ਪੈਸੇ ਵੱਲੋਂ ਤੰਗ ਆ, ਉਹ ਜਿਹੜਾ ਹੈ ਵਾਹਿਗੁਰੂ ਅੱਗੇ ਆਪਣੀ ਮੰਨਤ ਪੂਰੀ ਨਹੀਂ ਕਰ ਸਕਦਾ, ਤਾਂ ਆਪਣੀ ਸੁਖਨਾ ਪੂਰੀ ਕਰਨ ਵਿੱਚ ਕਾਮਯਾਬ ਨਹੀਂ ਹੁੰਦਾ। ਕਿ ਜੇਕਰ ਕੋਈ ਵੀ ਬੰਦਾ ਆਪਣੀ ਆਰਥਿਕ ਮਜਬੂਰੀ, ਹੁਣ ਜਿੱਦਾਂ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਤੁਹਾਡੀ ਕਹਾਣੀ ਦੇ ਵਿੱਚ ਜਿਹੜਾ ਜਿਉਂ ਸਿੰਘ ਸੀ, ਉਹਦੀ ਤਨਖਾਹ ਸਿਰਫ 80 ਰੁਪਏ ਸੀਗੇ, ਜਿਹਦੇ ਕਰਕੇ ਉਹ ਆਰਥਿਕ ਤੌਰ 'ਤੇ ਕਮਜ਼ੋਰ ਸੀ, ਬਹੁਤਾ ਸਰਦਾ ਪੁੱਜਦਾ ਨਹੀਂ ਸੀ। ਇਸ ਕਰਕੇ ਸੁਖਨਾ ਤਾਂ ਉਹਨੇ ਸੁੱਖੀ ਸੀ, ਪਰ ਉਹਨੂੰ ਪੂਰੀ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੁੰਦਾ। ਤਾਂ ਪਰਮਾਤਮਾ ਉਸਦੀ ਹਾਲਤ ਨੂੰ ਸਮਝਦਾ ਆ ਤੇ ਆਪ ਉਸ 'ਤੇ ਕਿਰਪਾ ਕਰਦਾ ਹੈ। ਜਿੱਦਾਂ ਅਖੀਰ 'ਤੇ ਜਿਉਂ ਸਿੰਘ ਨੇ ਕਿਹਾ ਸੀ ਨਾ ਕਿ ਹੁਣ ਰਾਖਾ ਕਾਕੇ ਦਾ ਜਿਹੜਾ ਹੈ ਵਾਹਿਗੁਰੂ ਆਪ ਹੀ ਬਣੇਗਾ। ਸੋ ਜਿਹੜਾ ਵਾਹਿਗੁਰੂ ਹੈ ਉਹ ਆਪਣੇ ਭਗਤਾਂ ਦੀ ਆਰਥਿਕ ਸਥਿਤੀ ਨੂੰ ਸਮਝਦਾ ਆ ਤੇ ਉਹ ਖੁਦ ਆਪਣੀ ਜਿਹੜੀ ਆ ਕਿਰਪਾ ਦ੍ਰਿਸ਼ਟੀ ਬਣਾਉਂਦਾ ਹੈ। ਪਰ ਕਹਾਣੀ ਦੇ ਅੰਤ 'ਤੇ ਇਹ ਜ਼ਰੂਰ ਸਿੱਧ ਹੁੰਦਾ ਆ ਕਿ ਅੱਜ ਦੇ ਯੁੱਗ ਵਿੱਚ ਮਾਨਵੀ ਰਿਸ਼ਤਿਆਂ ਨਾਲੋਂ ਰੁਤਬੇ ਤੇ ਪੈਸਿਆਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਸੋ ਇਹ ਮੇਨ ਵਿੱਚ ਤੁਸੀਂ ਲਿਖਣਾ ਆ ਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਹੈ ਹਰ ਪਾਸੇ ਤੁਹਾਡਾ ਸਟੇਟਸ, ਰੁਤਬਾ ਮਤਲਬ ਸਟੇਟਸ, ਤੇ ਪੈਸਾ ਜਿਹੜੀ ਮਨੀ ਹੈ ਨਾ ਉਹਦਾ ਜ਼ਿਆਦਾ ਬੋਲ ਵਾਲਾ ਆ। ਕਿਉਂਕਿ ਕਹਿੰਦੇ ਨਾ ਕਿ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਆਮ ਭਾਸ਼ਾ 'ਚ ਕਹਿੰਦੇ ਆ ਨਾ ਕਿ ਜਿਹਦੇ ਕੋਲ ਪੈਸਾ ਹੁੰਦਾ ਹੈ ਨਾ, ਹਰ ਜਗ੍ਹਾ ਉਹਦੀ ਚਮਕ ਦਮਕ ਹੁੰਦੀ ਹੈ। ਇਸ ਕਰਕੇ ਜਿਹੜਾ ਅੱਜ ਦਾ ਯੁੱਗ ਹੈ ਨਾ, ਉਹਦੇ ਵਿੱਚ ਮਾਨਵੀ ਰਿਸ਼ਤੇ ਅਹਿਮੀਅਤ ਨਹੀਂ ਰੱਖਦੇ। ਉਹਦੇ ਵਿੱਚ ਸਿਰਫ ਕੀ ਅਹਿਮੀਅਤ ਰੱਖਦਾ ਆ? ਤੁਹਾਡਾ ਰੁਤਬਾ ਮਤਲਬ ਸਟੇਟਸ, ਤੇ ਤੁਹਾਡਾ ਪੈਸਾ। ਮਾਨਵੀ ਰਿਸ਼ਤੇ ਸਿਰਫ ਅਹੁਦਾ ਤੇ ਪਦਵੀ ਵੇਖ ਕੇ ਬਣਾਏ ਜਾਂਦੇ। ਹੁਣ ਜਿਹੜਾ ਹੈ ਸਿਰਫ ਇਹ ਨਹੀਂ ਆਪਾਂ ਦੇਖਦੇ ਹੈਗੇ ਕਿ ਇਹਨਾਂ ਨਾਲ ਸਾਡੇ ਖੂਨ ਦਾ ਰਿਸ਼ਤਾ ਹੈ, ਇਹ ਸਾਡੇ ਜਿਹੜੇ ਆ ਅਸਲ ਰਿਸ਼ਤੇਦਾਰੀ ਚਾਹੁੰਦੇ। ਇਹ ਚੀਜ਼ਾਂ ਅੱਜ ਕੱਲ੍ਹ ਮਾਇਨੇ ਨਹੀਂ ਰੱਖਦੀਆਂ। ਮਾਇਨੇ ਕੀ ਰੱਖਦਾ ਆ? ਅਸੀਂ ਰਿਸ਼ਤੇਦਾਰੀਆਂ ਕਿਸ ਬਿਹਾਫ 'ਤੇ, ਕਿਸ ਆਧਾਰ ਦੇ ਉੱਪਰ ਨਿਭਾਉਂਦੇ ਆ। ਕਿ ਜਿਹੜਾ ਰਿਸ਼ਤਾ ਹੈ ਉਹ ਸਾਡਾ ਅਹੁਦਾ ਤੇ ਪਦਵੀ ਦੇ ਬਰਾਬਰ ਦਾ ਹੈ, ਸਾਡੇ ਸਟੇਟਸ ਦੇ ਬਰਾਬਰ ਦਾ ਹੈ, ਤਾਂ ਉਹ ਰਿਸ਼ਤਾ ਨਿਭਾਇਆ ਜਾਂਦਾ ਆ, ਨਹੀਂ ਤਾਂ ਨਹੀਂ ਨਿਭਾਇਆ ਜਾਂਦਾ। ਸ਼ਹਿਰੀ ਲੋਕਾਂ ਸਾਹਮਣੇ ਗਰੀਬ ਤੇ ਆਰਥਿਕ ਤੌਰ 'ਤੇ ਕਮਜ਼ੋਰ ਰਿਸ਼ਤੇਦਾਰਾਂ ਦਾ ਬਿਨ ਬੁਲਾਏ ਮਹਿਮਾਨ ਵਾਂਗ ਆਉਣਾ ਉਹਨਾਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਕਰਵਾਉਂਦਾ ਆ। ਕਿ ਹੁਣ ਜਿੱਦਾਂ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਕਿ ਤੁਹਾਡੀ ਕਹਾਣੀ ਦੇ ਵਿੱਚ ਜਿਹੜਾ ਜਿਉਂ ਸਿੰਘ ਆ, ਉਹ ਬੜਾ ਮਾਣ ਕਰਕੇ, ਉਮੀਦਾਂ ਲਗਾ ਕੇ ਆਪਣੇ ਮਾਮੇ ਦੇ ਘਰ ਗਿਆ ਸੀ, ਇਹ ਸੋਚ ਕੇ ਕਿ ਉਹਦਾ ਮਾਮਾ ਜਿਹੜਾ ਹੈ ਉੱਚੇ ਰੁਤਬੇ ਦਾ ਮਾਲਕ ਹੈ, ਤੇ ਉਹਦਾ ਘਰ ਤਾਂ ਜਿਹੜਾ ਹੈ ਅੰਦਰ ਬਾਹਰ ਪਿਆ ਛਲਕਦਾ ਹੈ, ਕਮੀ ਤਾਂ ਕੋਈ ਹੈ ਨਹੀਂ।
ਉਹਦੀ ਮਦਦ ਜ਼ਰੂਰ ਕਰੇਗਾ। ਪਰ ਜਦੋਂ ਜਿਉਂ ਸਿੰਘ ਆਪਣੇ ਟੱਬਰ ਨੂੰ ਲੈ ਕੇ ਗਿਆ ਸੀ ਤਾਂ ਇਹ ਚੀਜ਼ ਮਾਮੇ ਕੋਲੋਂ ਬਰਦਾਸ਼ਤ ਨਹੀਂ ਹੋਈ ਸੀ ਕਿ ਜਿਹੜਾ ਜਿਉਂ ਸਿੰਘ ਦਾ ਟੱਬਰ ਹੈ ਬਿਨ ਬੁਲਾਏ ਮਹਿਮਾਨਾਂ ਵਾਂਗ ਉਹਦੇ ਘਰ ਟਪਕ ਪਿਆ ਆ, ਤੇ ਉਹਨੂੰ ਇਦਾਂ ਲੱਗਦਾ ਸੀ ਕਿ ਜਿਉਂ ਸਿੰਘ ਨੇ ਉਹਦੇ ਘਰ ਨੂੰ ਮੁਸਾਫਿਰਖਾਨਾ ਸਮਝਿਆ ਹੋਇਆ। ਇਸ ਕਰਕੇ ਉਹਨੂੰ ਕੱਢਣ ਦੀਆਂ ਤਿਆਰੀਆਂ ਦੇ ਵਿੱਚ ਸੀ। ਉਹਨੂੰ ਇਦਾਂ ਲੱਗਦਾ ਸੀ ਕਿ ਉਹਦੀ ਜਿਹੜੀ ਹੈ ਵੱਡੇ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਹੋ ਗਈ ਹੈ ਜਿਉਂ ਸਿੰਘ ਦੇ ਟੱਬਰ ਦੇ ਆਉਣ ਕਾਰਨ। ਸੋ ਇਹ ਜਿਹੜਾ ਹੈ ਨਾ ਸ਼ਹਿਰੀ ਲੋਕਾਂ ਸਾਹਮਣੇ ਗਰੀਬ ਤੇ ਆਰਥਿਕ ਤੌਰ ਤੇ ਕਮਜ਼ੋਰ ਰਿਸ਼ਤੇਦਾਰਾਂ ਦਾ ਬਿਨ ਬੁਲਾਏ ਮਹਿਮਾਨ ਵਾਂਗ ਆਉਣਾ ਉਹਨਾਂ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਕਰਵਾਉਂਦਾ ਹੈ। ਸੋ ਰਿਸ਼ਤਿਆਂ ਵਿਚਲੀ ਸਾਂਝ ਜਿਹੜੀ ਹੈ ਨਾ, ਜਿਹੜਾ ਸਾਡੇ ਆਪਸ ਦੇ ਵਿੱਚ ਪਿਆਰ ਸੀ, ਸਾਂਝ ਸੀ, ਉਹ ਪੈਸੇ ਦੀ ਚਮਕ ਨੇ ਕੀ ਕਰ ਦਿੱਤਾ ਹੈ, ਬਿਲਕੁਲ ਖੋਖਲੀ ਜਿਹੜੀ ਹੈ ਸਾਂਝ ਕਿਹਨੇ ਖੋਖਲੀ ਕਰ ਦਿੱਤੀ ਹੈ, ਉਹ ਪੈਸਿਆਂ ਦੀ ਚਮਕ ਨੇ ਬਿਲਕੁਲ ਖੋਖਲੀ ਕਰ ਦਿੱਤੀ ਹੈ। ਸੋ ਅੱਜ ਕੱਲ੍ਹ ਜਿਹੜੀ ਰਿਸ਼ਤਿਆਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਸੀ, ਸਾਂਝ ਸੀ, ਉਹ ਸਿਰਫ ਪੈਸਿਆਂ ਦੇ ਕਰਕੇ ਕੀ ਹੋ ਰਹੀ ਹੈ, ਖੋਖਲੀ ਹੋ ਰਹੀ ਹੈ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਅਹਿਮੀਅਤ ਪੈਸੇ ਨੂੰ ਤੇ ਰੁਤਬੇ ਨੂੰ ਦਿੱਤੀ ਜਾਂਦੀ ਹੈ। ਸੋ ਜਿਹੜਾ ਇਸ ਕਹਾਣੀ ਦਾ ਅੰਤ ਹੈ ਉਹ ਸਾਡੇ ਸਾਹਮਣੇ ਕੀ ਦਰਸਾਉਂਦਾ ਹੈ ਕਿ ਬੇਸ਼ੱਕ ਜਿਹੜੇ ਮਾਨਵੀ ਰਿਸ਼ਤੇ ਆ ਉਹ ਪੈਸੇ ਦੇ ਆਧਾਰ 'ਤੇ ਨਿਭਾਏ ਜਾਂਦੇ ਆ, ਰੁਤਬੇ ਦੇ ਆਧਾਰ 'ਤੇ ਨਿਭਾਏ ਜਾਂਦੇ ਆ, ਔਰ ਜਿਹੜੀ ਆਪਸੀ ਸਾਂਝ ਹੈ ਉਹ ਪੈਸਿਆਂ ਨੇ ਖੋਖਲੀ ਕਰ ਦਿੱਤੀ ਹੈ। ਪਰ ਫਿਰ ਵੀ ਜਿਹੜਾ ਵਾਹਿਗੁਰੂ ਹੈ ਨਾ, ਉਹ ਇਹਨਾਂ ਚੀਜ਼ਾਂ ਦਾ ਭੁੱਖਾ ਨਹੀਂ ਹੈ। ਉਹ ਆਪਣੀ ਕਿਰਪਾ ਜਿਹੜੀ ਹੈ ਉਹ ਸ਼ਰਧਾਲੂਆਂ ਦੇ ਪੈਸੇ ਦੇਖ ਕੇ ਨਹੀਂ ਕਰਦਾ, ਬਲਕਿ ਉਹ ਜਿਹੜੀ ਹੈ ਭਗਤ ਦੀ ਸ਼ਰਧਾ ਭਾਵਨਾ ਨੂੰ ਦੇਖਦਾ ਆ। ਇਸ ਕਰਕੇ ਸਾਡੀ ਵਾਹਿਗੁਰੂ ਦੇ ਵਿੱਚ ਸੱਚੀ ਸ਼ਰਧਾ, ਵਿਸ਼ਵਾਸ ਤੇ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ। ਵਾਹਿਗੁਰੂ ਆਪਣੀ ਕਿਰਪਾ ਜਿਹੜੀ ਹੈ ਆਪ ਹੀ ਆਪਣੇ ਭਗਤਾਂ ਤੇ ਬਣਾਉਂਦਾ ਹੈ। ਸੋ ਇਸ ਕਹਾਣੀ ਦਾ ਅੰਤ ਜਿਹੜਾ ਹੈ ਉਹ ਰਿਸ਼ਤਿਆਂ ਦੀ ਸੱਚਾਈ ਨੂੰ ਸਾਡੇ ਸਾਹਮਣੇ ਬਣਾਉਂਦਾ ਹੈ ਤੇ ਵਾਹਿਗੁਰੂ ਦੀ ਜਿਹੜੀ ਹੈ ਸੱਚੀ ਸ਼ਰਧਾ ਭਗਤੀ ਨੂੰ ਦਰਸਾਉਂਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਤੁਸੀਂ ਰਾਜੇ ਇਹਦਾ ਆਨਸਰ ਬਣਾਓਗੇ। ਓਕੇ, ਥੈਂਕ ਯੂ।